ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ, ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਇੱਕ ਸੰਤ ਚਿੰਤਰਾਮ ਜੀ ਹੋਏ ਆ। ਇਹ ਜਿਹੜੇ ਸੰਤ ਚਿੰਤਰਾਮ ਜੀ ਸੀਗੇ, ਇਹ ਮਹਾਂਪੁਰਖ ਬੜੇ ਸ਼ਾਂਤ ਸੁਭਾਅ ਦੇ ਸੀਗੇ, ਦ੍ਰਿੜ ਇਰਾਦੇ ਵਾਲੇ ਸੀਗੇ, ਭਗਤੀ ਭਾਵਨਾ ਤੇ ਉਪਾਸਨਾ ਦੇ ਬੜੇ ਧਨੀ ਸੀਗੇ। ਇਹਨਾਂ ਦਾ ਪਿੰਡ ਹੈ ਨਾ ਠੀਕਰੀ ਵਾਲਾ ਹੋਇਆ। ਇਹ ਜਿਹੜਾ ਸੇਵਾ ਸਿੰਘ ਠੀਕਰੀ ਵਾਲੇ ਦਾ ਪਿੰਡ ਸੀ, ਉੱਥੋਂ ਦੇ ਮਹਾਂਪੁਰਖ ਸੀਗੇ ਚਿੰਤਰਾਮ ਜੀ। ਤੇ ਇਹਨਾਂ ਦਾ ਜਨਮ ਬ੍ਰਾਹਮਣ ਪਰਿਵਾਰ ਦੇ ਵਿੱਚ ਹੋਇਆ ਸੀਗਾ। ਤੇ ਜਦੋਂ ਇਹ ਭਗਤੀ ਦੀ ਲਾਈਨ ਦੇ ਵਿੱਚ ਆਏ ਸੀ, ਇਹਨਾਂ ਨੇ ਸ਼ਿਵ ਜੀ ਦੀ ਪਹਿਲਾਂ ਉਪਾਸਨਾ ਜਿਹੜੀ ਸੀਗੀ ਉਹ ਕਰਨੀ ਸ਼ੁਰੂ ਕੀਤੀ। ਸ਼ਿਵ ਜੀ ਦੀ ਉਪਾਸਨਾ ਜਦ ਕਰਨੀ ਆ, ਕਈ ਘੰਟੇ ਇੰਨੀ ਭਗਤੀ ਵਿੱਚ ਬੈਠੇ ਰਹਿਣਾ, ਫਿਰ ਮੰਦਿਰ ਦੇ ਵਿੱਚ ਆਰਤੀ ਕਰਨੀ। ਇੱਕ ਵਾਰ ਦੱਸਦੇ ਆ ਕਿ ਇਸ ਤਰ੍ਹਾਂ ਜਦੋਂ ਭਗਤੀ ਦੇ ਵਿੱਚ ਲੀਨ ਸੀਗੇ, ਉਸ ਟਾਈਮ ਸ਼ਿਵਲਿੰਗ ਦੇ ਉੱਤੇ ਇੱਕ ਸਰਪ ਨੇ ਇਹਨਾਂ ਨੂੰ ਦਿਖਾਈ ਦਿੱਤੀ ਸੀ। ਜਦੋਂ ਸੱਪ ਨੇ ਦਰਸ਼ਨ ਦਿੱਤੇ, ਪਰ ਆਪ ਉਹ ਤੋਂ ਡਰੇ ਨਹੀਂ। ਉਸ ਤੋਂ ਬਾਅਦ ਫਿਰ ਥੋੜ੍ਹੇ ਦਿਨਾਂ ਬਾਅਦ ਸ਼ਿਵ ਭਗਵਾਨ ਨੇ ਇਹਨਾਂ ਨੂੰ ਦਰਸ਼ਨ ਦਿੱਤੇ ਸੀ। ਫਿਰ ਇੱਕ ਆਵਾਜ਼ ਆਈ ਸੀ ਉਸ ਮੰਦਿਰ ਦੇ ਵਿੱਚੋਂ, ਬਰੇ ਬਹੂ, ਭਾਵ ਕੀ ਹੈ ਕੁਛ ਮੰਗ ਲਓ। ਪਰ ਜਦ ਆਵਾਜ਼ ਪਹਿਲੀ ਵਾਰ ਆਈ, ਸੰਤ ਚਿੰਤਰਾਮ ਜੀ ਚੁੱਪ ਰਹੇ। ਦੂਜੀ ਵਾਰੀ ਵੀ ਆਵਾਜ਼ ਦੇ ਵਿੱਚ ਮੰਗਣ ਦੀ ਜਦ ਗੱਲ ਆਈ ਹੈ, ਫਿਰ ਵੀ ਚੁੱਪ ਰਹੇ। ਤੀਸਰੀ ਵਾਰ ਆਵਾਜ਼ ਆਈ, ਫਿਰ ਵੀ ਚੁੱਪ ਰਹੇ। ਫਿਰ ਸ਼ਿਵ ਭਗਵਾਨ ਨੇ ਇਹਨਾਂ ਨੂੰ ਆਖਿਆ ਸੀਗਾ, ਕਹਿੰਦੇ ਇਸ ਤਰ੍ਹਾਂ ਕਰੋ, ਕਿਸੇ ਪੂਰਨ ਮਹਾਂਪੁਰਖਾਂ ਦੀ ਤੁਸੀਂ ਜਾ ਕੇ ਸੰਗਤ ਕਰੋ। ਇਹ ਇਸ਼ਾਰਾ ਜਿਹੜਾ ਦੇ ਕੇ ਸ਼ਿਵ ਭਗਵਾਨ ਅਲੋਪ ਹੋ ਗਏ ਸੀਗੇ। ਇੱਕ ਵਾਰ ਕਾਰਨ ਐਸਾ ਹੋਇਆ ਕਿ ਆਪ ਕਿਸੇ ਸਰੀਕੇ ਦੀ ਜੰਜ ਦੇ ਵਿੱਚ ਸ਼ਾਮਲ ਹੋਣ ਵਾਸਤੇ ਸੇਮੇ ਨਗਰ ਪਹੁੰਚੇ ਸੀ ਬਰਾਤੀਆਂ ਨਾਲ। ਉਹਨਾਂ ਟਾਈਮਾਂ ਦੇ ਵਿੱਚ ਇਹਨਾਂ ਨੇ ਬਾਬਾ ਜੀ ਦੀ ਸੋਭਾ ਜਿਹੜੀ ਸੀਗੀ ਉੱਥੋਂ ਸੁਣੀ ਸੀਗੀ। ਜਦ ਸੋਭਾ ਸੁਣੀ ਸੀ ਤੇ ਮਨ ਦੇ ਵਿੱਚ ਫਿਰ ਜਿਹੜਾ ਇੱਕਦਮ ਖਿੱਚ ਪਈ ਕਿ ਜਾ ਕੇ ਟਿੱਲੇ ਉੱਤੇ ਬਾਬਾ ਮਹਾ ਹਰਨਾਮ ਸੋਹਣਾ ਦੇ ਦਰਸ਼ਨ ਕਰੀਏ। ਉਸ ਟਾਈਮ ਜਦ ਤੁਰੇ ਸੀਗੇ ਤੇ ਉਹੀ ਜੰਝ ਵਾਲੇ ਕੱਪੜੇ ਪਾਏ ਸੀ ਤੇ ਇਹਦੇ ਵਿੱਚ ਗਲੇ ਦੇ ਵਿੱਚ ਇਹਨਾਂ ਮਹਾਂਪੁਰਖਾਂ ਨੇ ਇੱਕ ਸੋਨੇ ਦਾ ਕੈਂਠਾ ਪਾਇਆ ਸੀ, ਤਿੱਲੇ ਵਾਲੀ ਜੁੱਤੀ ਪਾਈ ਸੀ। ਜਦ ਟਿੱਲੇ ਦੇ ਉੱਤੇ ਚੱਲ ਗਏ ਆ, ਸੇਵਾਦਾਰ ਨੂੰ ਆਖਿਆ ਕਿ ਮੈਂ ਬਾਬਾ ਮਹਾ ਹਰਨਾਮ ਸੋਹਣਾ ਦੇ ਦਰਸ਼ਨ ਕਰਨੇ ਆ। ਜਦ ਸੇਵਾਦਾਰ ਗਿਆ ਤੇ ਬਾਬਾ ਜੀ ਨੇ ਕਿਹਾ ਕਿ ਅੰਦਰ ਭੇਜ ਦਿਓ। ਜਦੋਂ ਸੰਤ ਚਿੰਤਰਾਮ ਜੀ ਅੰਦਰ ਗਏ, ਅੰਦਰ ਜਾਂਦੇ ਮਹਾਂਪੁਰਖਾਂ ਦੇ ਚਰਨਾਂ 'ਤੇ ਲੱਗ ਕੇ ਤੇ ਆਪ ਹੀ ਮੂੰਹੋਂ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਮੈਂ ਆ ਗਿਆ ਹੈਗਾ। ਜਦ ਇੰਨਾ ਵਚਨ ਬੋਲਿਆ ਤਾਂ ਮਹਾਂਪੁਰਖ ਥੋੜ੍ਹੇ ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਭਾਈ ਅਜੇ ਤਾਂ ਜੰਝ ਵੇਖਦਾ ਅਤੇ ਮਠਿਆਈ ਖਾਂਦਾ ਫਿਰਦਾ ਹੈਗਾ। ਅਗਰ ਆਉਣਾ ਹੈਗਾ ਤਾਂ ਸਿੱਧਾ ਹੋ ਕੇ ਆ ਸਾਡੇ ਵੱਲ। ਇਹ ਵਚਨ ਜਦੋਂ ਬਾਬਾ ਜੀ ਨੇ ਕਿਹਾ ਹੈਗਾ, ਫਿਰ ਸੰਤ ਚਿੰਤਰਾਮ ਜੀ ਸਿੱਧੇ ਜਿਹੜੇ ਸੀ ਆਪਣੇ ਘਰ ਚਲੇ ਗਏ। ਘਰ ਜਾ ਕੇ ਇਹਨਾਂ ਨੇ ਜਿਹੜੇ ਸਾਰੇ ਕੱਪੜੇ ਸੀਗੇ ਜੰਝ ਵਾਲੇ ਸਾਰੇ ਉਤਾਰ ਦਿੱਤੇ, ਸਧਾਰਨ ਕੱਪੜੇ ਪਾ ਲਏ, ਦੁਬਾਰਾ ਮਹਾਂਪੁਰਖਾਂ ਦੇ ਪਾਸ ਆ ਗਏ। ਜਦ ਬਾਬਾ ਜੀ ਦੇ ਪਾਸ ਆਏ, ਬਾਬਾ ਜੀ ਬੜੇ ਖੁਸ਼ ਹੋਏ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਇਸ ਨੂੰ ਫਿਰ ਆਪਣੀ ਮਰਜ਼ਾਦਾ ਦੇ ਅਨੁਸਾਰ ਇੱਕ ਸ਼ਰ੍ਹਾ ਕਰਾਈ ਸੀ, ਕਿਉਂਕਿ ਬਾਬਾ ਜੀ ਸ਼ਰ੍ਹਾ ਕਰਾਉਣ ਦਾ ਇੱਕ ਤਰੀਕਾ ਬੜਾ ਨਿਵੇਕਲਾ ਸੀਗਾ। ਜਿਸ ਆਸਣ ਦੇ ਪਿੱਛੇ ਮਹਾਂਪੁਰਖ ਜਿਹੜੇ ਸੀਗੇ ਕਿਸੇ ਸਾਧਕ ਨੂੰ ਲੰਮਾ ਪਾਉਂਦੇ ਹੁੰਦੇ ਸੀ, ਉਹ ਜਿਹੜਾ ਆਸਣ ਸੀਗਾ ਮਹਾਂਪੁਰਖ ਉਹਨੂੰ ਸ਼ਕੀਨ ਘਰ ਰੱਖਦੇ ਹੁੰਦੇ ਸੀ। ਅਤੇ ਇਸ ਥਾਂ ਨੂੰ ਸ਼ਕੀਨ ਘਰ ਕਹਿਣਾ ਤਾਂ ਮਹਾਂਪੁਰਖਾਂ ਨੇ ਕਹਿਣਾ ਵੀ ਇੱਥੇ ਕਈ ਜਿਹੜੇ ਤਪੱਸਵੀ ਆ ਇਸ ਅਸਥਾਨ ਦੇ ਪਿੱਛੇ ਤਪੱਸਿਆ ਕਰ ਚੁੱਕੇ ਆ। ਇੱਥੇ ਬਾਬਾ ਜੀ ਨੇ ਉਹਨੂੰ ਲੰਮਾ ਪਾ ਕੇ ਸ਼ਰ੍ਹਾ ਕਰਨੀ। ਕਈ ਵਾਰ ਬਾਬਾ ਜੀ ਨੇ ਆਪ ਉਹਦੇ ਹੱਥ ਘੁੱਟ ਕੇ ਇਹ ਕਹਿਣਾ ਹੈਗਾ ਕਿ ਅਸੀਂ ਇਹਦੇ ਉੱਤੇ ਆਪਣੀ ਮੋਹਰ ਲਾਤੀ ਆ, ਇਹਨੂੰ ਦਰਗਾਹ ਦੇ ਵਿੱਚ ਕੋਈ ਨਹੀਂ ਪੁੱਛੂਗਾ, ਸਿੱਧਾ ਇਹ ਜਿਹੜਾ ਰੱਬ ਦਾ ਪਿਆਰਾ ਸਾਡੇ ਪਾਸ ਆ ਜਾਊਗਾ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਦਾ ਇੱਕ ਦੂਜਾ ਥੜਾ ਹੁੰਦਾ ਸੀਗਾ। ਇਹ ਜਿਹੜਾ ਥੜਾ ਹੁੰਦਾ ਸੀਗਾ ਇਹ ਆਸਣ ਦੇ ਧਰੂ ਵਾਲੇ ਪਾਸੇ ਹੁੰਦਾ ਸੀ। ਇਹਨੂੰ ਜਰਮਨ ਦਾ ਥੜਾ ਆਖਦੇ ਸੀਗੇ। ਇਸ ਤਰ੍ਹਾਂ ਇੱਕ ਤੀਜਾ ਥੜਾ ਵੀ ਸੀ ਬਾਬਾ ਜੀ ਨੇ ਬਣਾਇਆ। ਉਹਨੂੰ ਦੱਖਣ ਪੂਰਬ ਦਾ ਪਾਸੇ ਜਿਹੜਾ ਹੁੰਦਾ ਸੀ ਉਹਨੂੰ ਮਲਕਾ ਦਾ ਥੜਾ ਆਖਦੇ ਹੁੰਦੇ ਸੀ। ਇੱਥੇ ਵੀ ਬਾਬਾ ਜੀ ਜਿਹੜੇ ਸੀਗੇ ਫਿਰ ਉੱਥੇ ਸ਼ਰ੍ਹਾ ਕਰਾਉਂਦੇ ਹੁੰਦੇ ਸੀਗੇ। ਇਸ ਤਰ੍ਹਾਂ ਬਾਬਾ ਜੀ ਨੇ ਜਦ ਇਹਨੂੰ ਸ਼ਰ੍ਹਾ ਕਰਾਉਣੀ, ਜਿਵੇਂ ਗੁਰਬਾਣੀ ਦਾ ਫਰਮਾਨ ਆ ਕਿ ਰੇ ਰੇ ਦਰਗਾਹ ਕਹਿ ਨਾ ਕਹੂ, ਆਓ ਬੈਠ ਆਦਰ ਸਭ ਦਊ। ਇਸ ਤਰ੍ਹਾਂ ਬਾਬਾ ਜੀ ਜਿਹੜੇ ਸੀਗੇ ਉਹ ਜਿਸ ਧਰਮ ਦਾ ਕੋਈ ਵੀ ਇਨਸਾਨ ਹੋਵੇ ਉਸ ਨੂੰ ਉਸੇ ਧਰਮ ਦੇ ਨਾਲ ਰਹਿ ਕੇ ਰੱਬ ਦੇ ਨਾਲ ਜੋੜਨ ਦਾ ਕੰਮ ਕਰਦੇ ਹੁੰਦੇ ਸੀ। ਸੋ ਇਹ ਜਿਹੜੀ ਮਰਜ਼ਾਦਾ ਬਾਬਾ ਜੀ ਨੇ ਚਲਾਈ ਸੀ, ਇਹ ਮਰਜ਼ਾਦਾ ਜਿਹੜੀ ਉਦੋਂ ਦੀ ਚੱਲੀ ਆਉਂਦੀ ਆ। ਕਿਉਂਕਿ ਅਗਰ ਕੋਈ ਪੁਰਾਣੀ ਲੰਗਰ ਲਿਆਉਂਦਾ ਹੁੰਦਾ ਸੀ ਤਾਂ ਬਾਬਾ ਜੀ ਨੇ ਕਹਿਣਾ ਕਿ ਆਹ ਜਿਹੜੇ ਦੋਨੇ ਥੜਿਆਂ 'ਤੇ ਇਸ ਲੰਗਰ ਦੀ ਵੀ ਸ਼ਰ੍ਹਾ ਕਰਾਓ। ਜਦੋਂ ਪ੍ਰੇਮੀਆਂ ਨੇ ਜਿਹੜਾ ਲੰਗਰ ਸੀਗਾ ਇੱਕ ਥੜੇ ਤੋਂ ਰੱਖ ਕੇ ਦੂਜੇ ਥੜੇ 'ਤੇ ਰੱਖਣਾ, ਅਤੇ ਫਿਰ ਬਾਬਾ ਜੀ ਨੇ ਉਹਨੂੰ ਦੇਖਣਾ, ਦੇਖਦੇ ਸਾਰ ਫਿਰ ਮੁੱਖ ਤੋਂ ਕਹਿਣਾ ਭਾਈ ਸ਼ੋਧਾ ਤੁਸੀਂ ਲੰਗਰ 'ਚ ਵਰਤਾ ਦਿਓ। ਫਿਰ ਜਿਹੜਾ ਇਹ ਮਰਜ਼ਾਦਾ ਸੀਗੀ ਉਦੋਂ ਦੀ ਚੱਲੀ ਆ, ਅਤੇ ਫਿਰ ਪ੍ਰਸ਼ਾਦਾ ਲੰਗਰ ਦੇ ਵਿੱਚ ਵਰਤਾਇਆ ਜਾਂਦਾ ਸੀਗਾ। ਇਸ ਤਰ੍ਹਾਂ
ਬਾਬਾ ਜੀ ਦੇ ਲੰਗਰ 'ਚ ਪ੍ਰਸ਼ਾਦਾ ਵਰਤਾਉਂਦੇ ਹੁੰਦੇ ਸੀ ਤੇ ਉਹਦੇ ਵਿੱਚ ਹੈ ਨਾ 4 ਸੇਰ ਆਟਾ ਤੇ ਵਿੱਚ ਫਿਰ 1.25 ਸੇਰ ਜਿਹੜੀ ਮੂੰਗੀ ਦੀ ਦਾਲ। ਇਹ ਜਿਹੜੀ ਮੂੰਗੀ ਦੀ ਦਾਲ ਹੁੰਦੀ ਸੀਗੀ ਖਾਲੀ ਲੂਣ ਵਾਲੀ ਹੁੰਦੀ ਸੀ, ਹੋਰ ਇਹਦੇ ਵਿੱਚ ਕੋਈ ਚੀਜ਼ ਨਹੀਂ ਸੀ ਪਾਈ ਜਾਂਦੀ। ਤੇ ਰੋਟੀ ਜਿਹੜੀ ਸੀ ਅਨਚੋਪੜੀ ਹੁੰਦੀ ਸੀਗੀ। ਇੱਕ ਜਿਹੜੀ ਦੇਸੀ ਘੀ ਦੀ ਦੇਗ ਮਹਾਂਪੁਰਖ ਬਣਾਉਂਦੇ ਹੁੰਦੇ ਸੀ, ਉਹ ਬੁੱਧਵਾਰ ਨੂੰ ਬਣਾਉਂਦੇ ਹੁੰਦੇ ਸੀਗੇ। ਤੇ ਇਸ ਦੇਖੋ 4 ਸੇਰ ਆਟਾ ਤੇ 1.25 ਸੇਰ ਮੂੰਗੀ, ਜਿੰਨੀ ਮਰਜ਼ੀ ਸੰਗਤ ਆ ਜਾਵੇ ਇਹ ਸਾਰਾ ਲੰਗਰ ਜਿਹੜਾ ਆਪਣੇ ਆਪ ਭੁਗਤ ਜਾਂਦਾ ਸੀਗਾ। ਇੱਕ ਜਾਰੀ ਕਰਾਮਾਤ ਹੁੰਦੀ ਸੀ। ਤੇ ਮਹਾਂਪੁਰਖ ਇੱਕ ਵਚਨ ਕਰਦੇ ਹੁੰਦੇ ਸੀਗੇ ਕਿ ਇਹ ਜਿਹੜੀ ਦੇਗ ਹੈਗੀ ਆ ਦੇਸੀ ਘੀ ਦੀ ਜਿਹੜੀ ਬੁੱਧਵਾਰ ਬਣਦੀ ਹੈ ਨਾ, ਕਹਿੰਦੇ 1 ਸਾਲ ਬਾਅਦ ਇਹ ਦੇਗ ਪਾਈਆ ਦੇਗ 1 ਸਾਲ ਬਾਅਦ ਵੱਧ ਜਾਇਆ ਕਰੂਗੀ। ਦੇਖੋ ਇਹ ਮਹਾਂਪੁਰਖਾਂ ਦਾ ਵਚਨ ਜਿਹੜਾ ਨਾ ਇਸੇ ਤਰ੍ਹਾਂ ਚੱਲਦਾ ਹੈਗਾ। ਇਸ ਤਰ੍ਹਾਂ ਅੱਜ ਜਿਹੜੀ ਦੇਗ ਹੈਗੀ ਉਹ ਸਾਲ ਬਾਅਦ ਪਾਈਆ ਵਧਣ ਦੇ ਨਾਲ ਕਾਫੀ ਦੇਗ ਜਿਹੜੀ ਹੈਗੀ ਆ ਉਹ ਅੱਜ ਦੇ ਜੋ ਸੇਵਾਦਾਰ ਹੈਗੇ ਆ ਉਹ ਆਪ ਬਣਾਉਂਦੇ ਆ। ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਹੈ ਨਾ ਸੰਤ ਚਿੰਤਰਾਮ ਜੀ ਨੂੰ ਇੱਕ ਗੁਰਮੰਤਰ ਦਿੱਤਾ। ਉਸ ਗੁਰਮੰਤਰ ਦੀ ਜਿਹੜੀ ਮਰਜ਼ਾਦਾ ਸੀ ਮਹਾਂਪੁਰਖਾਂ ਨੇ ਇਹ ਦੱਸੀ ਆ ਕਿ ਤੁਸੀਂ ਇਸ ਤਰ੍ਹਾਂ ਕਰਨਾ ਹੈਗਾ ਕਿ ਇਹ ਜਾਪ ਮੂੰਹ ਦੇ ਵਿੱਚ ਜਪਣਾ, ਪਰ ਜਪਣ ਦੀ ਵਿਧੀ ਇਹ ਦੱਸੀ ਸੀ ਕਿ ਤੁਸੀਂ ਸੂਰਜ ਵੱਲ ਮੂੰਹ ਕਰਕੇ ਖੜ੍ਹੇ ਹੋਣਾ ਹੈਗਾ, ਆਪਣੀ ਜਗ੍ਹਾ ਤੋਂ ਬਿਲਕੁਲ ਨਹੀਂ ਹਿੱਲਣਾ ਹੈਗਾ। ਜਦ ਤੱਕ ਸੂਰਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਡੁੱਬਦਾ ਨਹੀਂ, ਇੱਕੋ ਹੀ ਨਜ਼ਰ ਦੀ ਟੱਕ ਦੇ ਨਾਲ ਸੂਰਜ ਨੂੰ ਦੇਖਣਾ ਤੇ ਇਹ ਜਾਪ ਜਪਣਾ ਹੈਗਾ। ਇਹ ਬੜੀ ਹੈ ਨਾ ਕਠਿਨ ਘਾਲਣਾ ਸੀਗੀ। ਤੇ ਜਦੋਂ ਸੰਤ ਚਿੰਤਰਾਮ ਜੀ ਨੇ ਇਹ ਜਿਹੜੀ ਸੀਗੀ ਜੋ ਮਹਾਂਪੁਰਖਾਂ ਨੇ ਦੱਸੀ ਸੀ ਮਰਜ਼ਾਦਾ ਨਾਮ ਜਪਣ ਦੀ, ਜਦ ਸ਼ੁਰੂ ਕੀਤੀ ਆ ਪਹਿਲਾਂ ਬਹੁਤ ਜ਼ਿਆਦਾ ਕਠਿਨਾਈ ਆਈ ਸੀ। ਕਿਉਂਕਿ ਜਦ ਖੜੇ ਥੱਕ ਜਾਣਾ, ਕਈ ਵਾਰੀ ਲੱਤਾਂ ਵੀ ਸੁੱਜ ਜਾਣੀਆਂ, ਕਈ ਵਾਰੀ ਪੈਰ ਦੇ ਵਿੱਚ ਕੀੜੇ ਵੀ ਲੜਨੇ। ਤੇ ਬਾਬਾ ਜੀ ਨੇ ਗਰਮੀਆਂ ਦੇ ਦਿਨਾਂ ਵਿੱਚ ਸੰਤ ਚਿੰਤਰਾਮ ਹੋਣਾ ਨੇ ਸੂਰਜ ਨੂੰ ਇੱਕ ਟੱਕ ਦੇਖਣਾ ਤੇ ਦੇਖਣ ਦੇ ਨਾਲ ਜਿਹੜੀ ਨਜ਼ਰ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਗਿਆ ਸੀਗਾ। ਜਦ ਸ਼ਾਮ ਹੁੰਦੀ ਸੀ ਤਾਂ ਸੰਤ ਚਿੰਤਰਾਮ ਜੀ ਜਿਹੜੇ ਸੀਗੇ ਬੇਹੋਸ਼ ਹੋ ਕੇ ਡਿੱਗ ਪੈਂਦੇ ਸੀ। ਫਿਰ ਬਾਬਾ ਜੀ ਨੇ ਆਪਣੀ ਸੱਤਾਂ ਦੇ ਅਨੁਸਾਰ ਇਹਨਾਂ ਨੂੰ ਠੀਕ ਕਰਨਾ, ਲੰਗਰ ਪਾਣੀ ਪ੍ਰਸ਼ਾਦਾ ਛਕਾਉਣਾ, ਅਗਲੇ ਦਿਨ ਫਿਰ ਇਹ ਕਿਰਿਆ ਦੁਹਰਾਉਣੀ। ਇਸ ਤਰ੍ਹਾਂ ਹੈ ਨਾ ਸੰਤ ਚਿੰਤਰਾਮ ਜੀ ਜਿਹੜੇ ਸੀ ਇਸ ਤਰ੍ਹਾਂ ਜਾਪ ਕਰਦੇ ਹੁੰਦੇ ਸੀਗੇ। ਜਦ ਇਸ ਤਰ੍ਹਾਂ ਜਾਪ ਕਰਦੇ ਹੁੰਦੇ ਸੀ ਤਾਂ ਇੱਕ ਦਿਨ ਫਿਰ ਬਾਬਾ ਜੀ ਨੇ ਹੈ ਨਾ ਆਪਣੇ ਜਿਹੜੇ ਸੇਵਾਦਾਰ ਸੀ ਉਹਨਾਂ ਨੂੰ ਕਿਹਾ, ਕਹਿੰਦੇ ਬਈ ਜਿਹੜਾ ਅਚਿੰਤਰਾਮ ਆ ਉਹਨੂੰ ਹਾਜ਼ਰ ਕਰੋ। ਜਦੋਂ ਸੰਤ ਚਿੰਤਰਾਮ ਜੀ ਨੂੰ ਹਾਜ਼ਰ ਕੀਤਾ, ਸੇਵਾਦਾਰ ਲੈ ਕੇ ਆਏ। ਬਾਬਾ ਜੀ ਕਹਿੰਦੇ ਵੀ ਇਹਨੂੰ ਨਾ ਇਸ਼ਨਾਨ ਕਰਾ ਦਿਓ। ਜਦ ਇਸ਼ਨਾਨ ਕਰਾ ਕੇ ਲੈ ਕੇ ਨਵੇਂ ਬਸਤਰ ਪਹਿਨੇ, ਬਾਬਾ ਜੀ ਨੇ ਮਿਹਰ ਦੀ ਨਿਗਾਹ ਕੀਤੀ। ਜਿਹੜੀ ਅੱਖਾਂ ਦੀ ਰੋਸ਼ਨੀ ਬਹੁਤ ਜ਼ਿਆਦਾ ਘੱਟ ਗਈ ਸੀਗੀ, ਉਹ ਇੱਕਦਮ ਰੋਸ਼ਨੀ ਜਿਹੜੀ ਸੀ ਉਹ ਪੂਰੀ ਹੋ ਗਈ। ਜਦ ਪੂਰੀ ਹੋਈ ਆ ਰੋਸ਼ਨੀ ਤਾਂ ਬਸ ਫੇਰ ਕੀ ਸੀ, ਚਿੰਤਰਾਮ ਜੀ ਦੇ ਅੰਦਰ ਹੈ ਨਾ ਉਸੇ ਟਾਈਮ ਇੱਕ ਐਸੀ ਬਿਜਲੀ ਚਮਕੀ ਆ ਕਿ ਇਹ ਜਿਹੜਾ ਪ੍ਰਕਾਸ਼ ਸੀਗਾ ਉਸ ਸਤ ਚਿਤ ਆਨੰਦ ਦਾ, ਉਹਦੇ ਵਿੱਚ ਉਹਨਾਂ ਨੇ ਉਸੇ ਟਾਈਮ ਜਿਹੜਾ ਸੀ ਇਹ ਕਹਿਣਾ ਸ਼ੁਰੂ ਕਰ ਦਿੱਤਾ, ਕਹਿੰਦੇ ਕਾਨ ਜੀ ਗੋਪੀਆਂ ਆਈਆਂ ਗੋਪੀਆਂ ਆਈਆਂ। ਜਦ ਇਹ ਕਹਿਣਾ ਉੱਚੀ ਸ਼ੁਰੂ ਕਰ ਦਿੱਤਾ ਤੇ ਫਿਰ ਸੰਗਤ ਕਾਫੀ ਖੜੀ ਸੀ, ਪਰ ਬਾਬਾ ਮਹਾਨਾਮ ਸੁਣਾਉਣਾ ਨੇ ਜਿਹੜੀ ਸੰਗਤ ਨੂੰ ਕਿਹਾ ਸੀ, ਕਹਿੰਦੇ ਭਾਈ ਗੋਪੀਆਂ ਨਹੀਂ ਆਈਆਂ, ਅਸਲ ਦੇ ਵਿੱਚ ਇਹ ਇੰਦਰ ਦੀਆਂ ਪੱਛਰਾਂ ਹੈਗੀਆਂ ਜਿਹੜੀਆਂ ਸੰਤ ਚਿੰਤਰਾਮ ਜੀ ਦੇਖਦੇ ਆ। ਤੇ ਇੰਦਰ ਦੀਆਂ ਪੱਛਰਾਂ ਜਿਹੜੀਆਂ ਨਗਨ ਹਾਲਤ ਦੇ ਵਿੱਚ ਹੈ ਨਾ ਇਹਦੇ ਸਾਹਮਣੇ ਆਪਣਾ ਨ੍ਰਿਤ ਕਰ ਰਹੀਆਂ ਹੈਗੀਆਂ। ਜਦ ਇਹ ਦੱਸਿਆ ਤੇ ਫਿਰ ਬਾਬਾ ਜੀ ਨੇ ਦੱਸਿਆ ਕਿ ਚਿੰਤਰਾਮ ਜੀ ਪਾਸ ਹੋ ਗਏ, ਕਿਉਂਕਿ ਉਹਨਾਂ ਨੂੰ ਆ ਜਿਹੜੀਆਂ ਇੰਦਰ ਦੀਆਂ ਪੱਛਰਾਂ ਹਨ ਇਹ ਹੁਣ ਗੋਪੀਆਂ ਨਜ਼ਰ ਆਈਆਂ। ਹੁਣ ਕਹਿੰਦੇ ਇਹਨਾਂ ਦੀ ਜਿਹੜੀ ਬਿਰਤੀ ਹੈ ਬਿਲਕੁਲ ਪੱਕ ਗਈ ਆ, ਹੁਣ ਇਹਨਾਂ ਦੀ ਬਿਰਤੀ ਕਦੀ ਵੀ ਥੱਲੇ ਨਹੀਂ ਡਿੱਗੂਗੀ। ਫਿਰ ਬਾਬਾ ਜੀ ਨੇ ਇਹਨਾਂ 'ਤੇ ਕਿਰਪਾ ਕੀਤੀ, ਕਹਿੰਦੇ ਵੀ ਚਿੰਤਰਾਮ ਹੁਣ ਤੂੰ ਪਾਸ ਹੋ ਗਿਆ ਹੈਗਾ, ਹੁਣ ਤੂੰ ਜਾ ਕੇ ਜਿਹੜਾ ਹੈ ਉਹ ਸੰਗਤਾਂ ਦਾ ਨਾਮ ਜਾਪ ਦੇ ਵਿੱਚ ਬਿਰਤੀ ਲਵਾ ਤੇ ਆਪ ਨਾਮ ਬਾਣੀ ਦਾ ਪ੍ਰਚਾਰ ਕਰ ਤੇ ਸੰਗਤਾਂ ਦਾ ਲੋਕ ਪਰਲੋਕ ਸਵਾਰ। ਉਸ ਤੋਂ ਬਾਅਦ ਫਿਰ ਸੰਤ ਚਿੰਤਰਾਮ ਜੀ ਜਿਹੜੇ ਸੀ ਮਹਾਂਪੁਰਖਾਂ ਦੇ ਕੋਲ ਵਿਦਾ ਹੋ ਗਏ ਸੀਗੇ। ਦੂਸਰੇ ਇੱਕ ਹੈ ਨਾ ਪੰਡਿਤ ਭਾਨ ਸਿੰਘ ਜੀ ਹੋਏ ਆ ਮਹਾਂਪੁਰਖ। ਇਹ ਜਿਹੜੇ ਪੰਡਿਤ ਭਾਨ ਸਿੰਘ ਜੀ ਸੀਗੇ ਇਹ ਬਾਲ ਬ੍ਰਹਮਚਾਰੀ ਮਹਾਂਪੁਰਖ ਹੋਇਆ। ਖਾਸ ਕਰਕੇ ਐਡੇ ਭਾਰੇ ਵਿਦਵਾਨ ਸੀਗੇ ਕਿ ਨਿਆਂ ਸ਼ਾਸਤਰ ਦੇ ਬਹੁਤ ਗਿਆਤਾ ਸੀਗੇ। ਇਸ ਕਰਕੇ ਇਹਨਾਂ ਦਾ ਨੂੰ ਜਿਹੜੀ ਸੰਗਤ ਸੀਗੀ ਐਡਾ ਭਾਰਾ ਵਿਦਵਾਨ ਹੋਣ ਦੇ ਨਾਲ ਫਿਰ ਇਹਨਾਂ ਨੂੰ ਨਿਆਂ ਸ਼ਾਸਤਰ ਦੇ ਵਿਦਵਾਨ ਦੇ ਪਦ ਦੇ ਨਾਲ ਯਾਦ ਕਰਦੀ ਹੁੰਦੀ ਸੀ ਜਾਂ ਇਹਨਾਂ ਦਾ ਸਤਿਕਾਰ ਕਰਦੀ ਹੁੰਦੀ ਸੀ। ਇਹ ਵੀ ਮਹਾਂਪੁਰਖ ਬੜੇ ਸ਼ਾਂਤ ਚਿੱਤ ਸੀਗੇ, ਬੜੇ ਤਿਆਗੀ ਸੀ, ਬੜੇ ਬੈਰਾਗੀ ਸੀ। ਔਰ ਖਾਸ ਕਰਕੇ ਪੰਡਿਤ ਭਾਨ ਸਿੰਘ ਜਿਹੜੇ ਸੀਗੇ ਇਹ ਹਠ ਯੋਗ ਦੀ ਸਾਧਨਾ ਕਰਦੇ ਹੁੰਦੇ ਸੀ। ਇਹਨਾਂ ਮਹਾਂਪੁਰਖਾਂ ਦਾ ਜਨਮ ਪਿੰਡ ਨੱਥੂਵਾਲਾ ਜਿਹੜਾ ਜ਼ਿਲ੍ਹਾ ਫਰੀਦਕੋਟ ਜੇ ਪੈਂਦਾ ਉੱਥੇ ਹੋਇਆ ਸੀਗਾ। ਪਿਤਾ ਦਾ ਨਾਂ ਸੰਤ ਚੰਨਣ ਸਿੰਘ ਸੀਗਾ। ਜਦ ਇਸ ਤਰ੍ਹਾਂ ਇਹ ਹਠ ਯੋਗ ਦੀ ਸਾਧਨਾ ਕਰਦੇ ਹੁੰਦੇ ਸੀ, ਇੱਕ ਵਾਰ ਕਿ ਐਸਾ ਕਾਰਨ ਹੋਇਆ ਕਿ ਇਹਨਾਂ ਦੀ ਬਿਰਤੀ ਜਿਹੜੀ ਸੀ ਇੱਕ ਜਗ੍ਹਾ ਜਾ ਕੇ ਰੁਕ ਗਈ। ਜਦ ਬਿਰਤੀ ਰੁਕੀ ਬੜੇ ਯਤਨ ਕੀਤੇ, ਪਰ ਉਸ ਤੋਂ ਬਾਅਦ ਫਿਰ ਬਿਰਤੀ ਇਹਨਾਂ ਦੀ ਅੱਗੇ ਨਾ ਚੱਲੇ। ਫਿਰ ਇਸ ਤਰ੍ਹਾਂ ਇਹਨਾਂ ਨੂੰ ਪਤਾ ਲੱਗਾ ਕਿ ਇੱਥੇ ਪੁੱਜੋ ਹੈ ਨਾ ਸੰਤ ਬਾਬਾ ਮਹਾਨਾਮ ਸੋਹਣੀ ਆ, ਜਿਨ੍ਹਾਂ ਨੇ ਕਈ ਸੰਤ ਜਿਹੜੇ ਆ ਉਹ ਆਪਣੀ ਮਿਹਰ ਦੀ ਨਜ਼ਰ ਦੇ ਨਾਲ ਉੱਚੀਆਂ ਅਵਸਥਾ ਦੇ ਵਿੱਚ ਪਹੁੰਚਾਏ ਆ।
ਫਿਰ ਪੰਡਿਤ ਭਾਨ ਸਿੰਘ ਜਿਹੜੇ ਸੀਗੇ ਇਹ ਵੀ ਮਹਾਂਪੁਰਖਾਂ ਦੇ ਪਾਸ ਆਏ। ਜਦ ਇਹ ਆਏ ਆ ਅਤੇ ਇਹਨਾਂ ਨੇ ਆ ਕੇ ਜਦੋਂ ਬਾਬਾ ਜੀ ਨੂੰ ਮੱਥਾ ਟੇਕਿਆ ਅਤੇ ਫਿਰ ਬਾਬਾ ਜੀ ਨੇ ਇਹਨਾਂ ਨੂੰ ਇਹ ਗੱਲ ਕਹੀ, ਕਹਿੰਦੇ ਵੀ ਦਰਸ਼ਨ ਕਰਨ ਆਏ ਆ ਜਾਂ ਪ੍ਰਸ਼ਨ ਕਰਨ ਆਏ ਆ, ਕਿਉਂਕਿ ਪੰਡਿਤ ਭਾਨ ਸਿੰਘ ਜਿਹੜੇ ਸੀਗੇ ਇਹ ਨਿਆਂ ਸ਼ਾਸਤਰ ਦੇ ਬੜੇ ਗਿਆਤਾ ਸੀਗੇ। ਪਰ ਫਿਰ ਪੰਡਿਤ ਭਾਨ ਸਿੰਘ ਹੁਣ ਇਹਨਾਂ ਨੇ ਬੜਾ ਨਿਮਰਤਾ ਭਾਵ ਹੋਣ ਦੇ ਨਾਲ ਬਾਬਾ ਜੀ ਨੂੰ ਸਾਰੀ ਗੱਲਬਾਤ ਆਪਣੀ ਦੱਸ ਦਿੱਤੀ। ਜਦ ਦੱਸੀ ਫਿਰ ਬਾਬਾ ਜੀ ਨੇ ਦੱਸਿਆ ਸੀਗਾ ਕਿ ਜਿਹੜਾ ਹੱਠ ਯੋਗ ਪੁਰਾਣਾ ਜਾਮ ਜੋ ਦੇ ਵੀ ਜੋ ਸਾਧਨ ਹੈਗੇ ਪਿਛਲੇ ਯੁੱਗਾਂ ਦੀ ਕਮਾਈ ਆ, ਕਲ ਯੁੱਗ ਦੇ ਵਿੱਚ ਕੇਵਲ ਅਤੇ ਕੇਵਲ ਨਾਮ ਹੀ ਪ੍ਰਧਾਨ ਹੈ। ਜਦ ਬਾਬਾ ਜੀ ਨੇ ਇਹ ਸਾਰੀ ਗੱਲਬਾਤ ਜਿਹੜੀ ਸੀਗੀ ਪੰਡਿਤ ਭਾਨ ਸਿੰਘ ਹੁਣਾਂ ਨੂੰ ਸਮਝਾਈ ਅਤੇ ਫਿਰ ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਇਹਨਾਂ ਨੂੰ 40 ਦਿਨ ਰੁਕਣ ਵਾਸਤੇ ਇੱਥੇ ਕਿਹਾ ਹੈਗਾ। ਜਦ 40 ਦਿਨ ਨੇ ਰੁਕਣ ਵਾਸਤੇ ਕਿਹਾ ਤਾਂ ਬਾਬਾ ਜੀ ਨੇ ਫਿਰ ਇਹਨਾਂ ਨੂੰ ਇੱਕ ਸ਼ਬਦ ਦਾ ਜਾਪ ਜਪਣ ਵਾਸਤੇ 40 ਦਿਨ ਦੀ ਕਿਰਿਆ ਜਿਹੜੀ ਸੀ ਉਹ ਆਪਣੇ ਦੇਖ ਰੇਖ ਦੇ ਵਿੱਚ ਕਰਵਾਈ ਆ। ਜਦ 40 ਦਿਨ ਦੀ ਕਿਰਿਆ ਜਿਹੜੀ ਸੀ ਇਹਨਾਂ ਨੇ ਸ਼ੁਰੂ ਕੀਤੀ ਅਤੇ ਇੱਕ ਦਿਨ ਇਹ ਧਿਆਨ 'ਚ ਬੈਠੇ ਸੀ ਅਤੇ ਬਾਬਾ ਜੀ ਇਹਨਾਂ ਦੇ ਪਾਸ ਆ ਕੇ ਬਾਬਾ ਜੀ ਨੇ ਕਿਹਾ, ਕਹਿੰਦੇ ਪੰਡਿਤ ਭਾਨ ਸਿੰਘ ਜੀ, ਅਗਰ ਵਿਆਹ ਕਰਾਉਣ ਦੀ ਇੱਛਾ ਹੈਗੀ ਆ ਤਾਂ ਦੱਸ ਦਿਓ, ਕਈ ਭਾਨ ਸਿੰਘ ਹੋ ਜਾਣਗੇ। ਜਦ ਇੰਨੀ ਗੱਲ ਹੋਈ ਆ ਤਾਂ ਪਰ ਇਹਨਾਂ ਦਾ ਧਿਆਨ ਜਿਹੜਾ ਸੀਗਾ ਉਹ ਸਮਾਧੀ ਦੇ ਵਿੱਚ ਹੀ ਰਿਹਾ। ਇਹਨਾਂ ਨੇ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ। 1-2 ਵਾਰੀ ਸੰਤ ਮਹਾਂਪੁਰਖਾਂ ਨੇ ਇਹਨਾਂ ਨੂੰ ਆਵਾਜ਼ ਮਾਰ ਕੇ ਜਿਹੜੀ ਸੀ ਇਹਨਾਂ ਦੀ ਪ੍ਰੀਖਿਆ ਲੈਣੀ ਚਾਹੀ, ਪਰ ਪੰਡਿਤ ਭਾਨ ਸਿੰਘ ਜਿਹੜੇ ਸੀਗੇ ਉਹ ਸਮਾਧੀ ਸਥਿਰ ਹੀ ਰਹੇ ਆ। ਜਦ ਸਮਾਧੀ ਸਥਿਰ ਰਹੇ ਆ ਤਾਂ ਬਾਬਾ ਜੀ ਫਿਰ ਉਹਨੂੰ ਕਹਿਣ ਲੱਗੇ, ਕਹਿੰਦੇ ਪੰਡਿਤ ਭਾਨ ਸਿੰਘ, ਲੱਗਦਾ ਹੈਗਾ ਕਿ ਤੁਸੀਂ ਪਾਸ ਹੋਣ ਦੇ ਨੇੜੇ ਪਹੁੰਚ ਗਏ ਆ। ਜਦ ਇੰਨੀ ਗੱਲ ਹੋਈ ਸੀ ਅਤੇ ਫਿਰ ਪੰਡਿਤ ਭਾਨ ਸਿੰਘ ਜੀ ਜਿਹੜੇ ਖੁਸ਼ ਹੋ ਗਏ ਸੀ। ਫਿਰ ਬਾਬਾ ਜੀ ਨੇ ਇਹਨਾਂ ਨੂੰ ਸਾਵਧਾਨ ਕੀਤਾ। ਸਾਵਧਾਨ ਕਹਿਣ ਲੱਗੇ, ਕਹਿੰਦੇ ਭਾਈ ਹੁਣ ਤੁਸੀਂ ਇਸ ਤਰ੍ਹਾਂ ਅਭਿਆਸ ਕਰੋ, ਅਭਿਆਸ ਕਰੋਗੇ ਅਤੇ ਜਿਹੜੀ ਕੁੰਡਲੀ ਆ ਤੁਹਾਡੀ ਜੀ ਉਹ ਬਹੁਤ ਜਲਦੀ ਖੁੱਲ੍ਹ ਜਾਊਗੀ। ਜਦ ਫਿਰ ਪੰਡਿਤ ਭਾਨ ਸਿੰਘ ਹੁਣਾਂ ਨੇ ਮਹਾਂਪੁਰਖਾਂ ਦੇ ਕਿਸੇ 'ਤੇ ਜਦ ਅਭਿਆਸ ਕੀਤਾ, ਬਸ ਫਿਰ ਕੀ ਸੀ, ਉਸੇ ਟਾਈਮ ਜਿਹੜੀ ਰਾਤ ਦੀ ਐਸੀ ਅਵਸਥਾ ਮਹਾਂਪੁਰਖਾਂ ਦੀ ਬਣੀ ਆ ਕਿ ਇੱਕਦਮ ਮਹਾਂਪੁਰਖਾਂ ਦੇ ਅੰਦਰ ਬਾਹਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਅਤੇ ਆਨੰਦ ਦੀਆਂ ਲਹਿਰਾਂ ਜਿਹੜੀਆਂ ਠਾਠਾਂ ਮਾਰ ਰਹੀਆਂ ਸੀਗੀਆਂ ਅਤੇ ਫਿਰ ਪੰਡਿਤ ਭਾਨ ਸਿੰਘ ਹੁਣਾਂ ਦੀ ਤਾਂ ਫਿਰ ਸਾਰੀ ਬਿਰਤੀ ਸੁਰਤੀ ਜਿਹੜੀ ਹੈਗੀ ਉਸ ਆਨੰਦ ਦੇ ਵਿੱਚ ਗਵਾਚ ਗਈ ਹੋਵੇ। ਜਦ ਗਵਾਚ ਗਈ ਹੋਵੇ ਫਿਰ ਬਾਬਾ ਜੀ ਨੇ ਪੰਡਿਤ ਭਾਨ ਸਿੰਘ ਦੇ ਜਿਹੜੇ ਸੀਗੇ ਉਹ ਕੰਧੇ 'ਤੇ ਥਾਪੀ ਦਿੱਤੀ। ਥਾਪੀ ਦੇ ਕੇ ਜਦ ਸੁਰਤ ਬਾਹਰ ਧਰ ਲਿਆਂਦੀ ਅਤੇ ਬਾਬਾ ਜੀ ਨੇ ਆਖਿਆ ਵੀ ਆਹ ਜਿਹੜਾ ਆਨੰਦ ਹੈ ਇਹਦੇ ਵਿੱਚ ਜ਼ਿਆਦਾ ਨਹੀਂ ਜਾਣਾ, ਜ਼ਿਆਦਾ ਜਾਓਗੇ ਤਾਂ ਤੁਸੀਂ ਸਮਾਧੀ ਲੀਨ ਹੋ ਜਾਓਗੇ। ਇਸ ਕਰਕੇ ਤੁਹਾਨੂੰ ਇਸ ਚੀਜ਼ ਦਾ ਹੁਕਮ ਨਹੀਂ ਹੈਗਾ। ਹਾਂ, ਇੰਨਾ ਜ਼ਰੂਰ ਹੈ ਕਿ ਤੁਹਾਨੂੰ ਜਿਹੜੀ ਚੀਜ਼ ਤੁਹਾਨੂੰ ਜ਼ਰੂਰਤ ਸੀਗੀ ਉਹ ਤੁਹਾਨੂੰ ਮਿਲ ਗਈ ਜਾਵੇ ਅਤੇ ਬਸ ਤੁਹਾਨੂੰ ਹੁਕਮ ਇਹ ਹੈਗਾ ਕਿ ਤੁਸੀਂ ਬਾਣੀ ਦੀ ਜਿਹੜੀ ਵਿਚਾਰ ਹੈਗੀ ਆ ਉਹ ਜਿੰਨੇ ਵੀ ਪ੍ਰੇਮੀ ਆਏ ਉਹਨਾਂ ਨੂੰ ਕਰਕੇ ਸੁਣਾਉਣੀ ਆ ਸੰਗਤ ਦੇ ਵਿੱਚ। ਅਤੇ ਦੂਸਰਾ ਬਚਨ ਮਹਾਂਪੁਰਖਾਂ ਨੇ ਕੀਤਾ ਸੀਗਾ, ਕਹਿੰਦੇ ਪੰਡਿਤ ਭਾਨ ਸਿੰਘ ਜੀ, ਤੁਸੀਂ ਗੁਰੂ ਨਾਨਕ ਦਾ ਧਿਆਨ ਧਰਨਾ ਅਤੇ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਜਿਹੜਾ ਉਹਦੀ ਸੇਵਾ ਕਥਾ ਜਿਹੜੀ ਉਹ ਸੰਗਤਾਂ ਨੂੰ ਸੁਣਾਉਣੀ ਆ। ਬਸ ਇਹ ਤੁਹਾਨੂੰ ਹੁਕਮ ਹੈਗਾ। ਜਦ ਇਹ ਗੱਲ ਜਿਹੜੀ ਸੀ ਬਾਬਾ ਜੀ ਨੇ ਬਚਨ ਕੀਤੇ ਅਤੇ ਪੰਡਿਤ ਭਾਨ ਸਿੰਘ ਹੁਣਾਂ ਨੇ ਮੱਥਾ ਟੇਕਿਆ ਅਤੇ 7 ਬਚਨ ਕਿਹਾ। ਉਸ ਤੋਂ ਬਾਅਦ ਫਿਰ ਜਿੰਨਾ ਚਿਰ ਵੀ ਪੰਡਿਤ ਭਾਨ ਸਿੰਘ ਜਿਹੜੇ ਸੀ ਮਹਾਂਪੁਰਖ ਰਹੇ ਆ, ਇਹਨੀ ਫਿਰ ਵਿੱਦਿਆ ਦੇ ਭੰਡਾਰੇ ਬਹੁਤ ਜ਼ਿਆਦਾ ਸੰਗਤਾਂ ਦੇ ਵਿੱਚ ਵਰਤਾਏ ਆ, ਬੜਾ ਨਾਮ ਬਾਣੀ ਦਾ ਪ੍ਰਚਾਰ ਕੀਤਾ। ਸੋ ਇਹ 2 ਮਹਾਂਪੁਰਖ ਜਿਹੜੇ ਸੀਗੇ ਇਹਨਾਂ ਨੇ ਬਾਬਾ ਮਹਾਂ ਹਰਨਾਮ ਸਿੰਘ ਹੁਣਾਂ ਦੇ ਚਰਨਾਂ ਤੋਂ ਬਰਸੋ ਕੇ ਸੰਗਤ ਦੀ ਜਿਹੜੀ ਆ ਉਹ ਅਟੁੱਟ ਅਤੇ ਅਥਾਹ ਸੇਵਾ ਕੀਤੀ ਆ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।